सीपीआई जिंदाबाद 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 सीपीआई जिंदाबाद 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 सीपीआई जिंदाबाद 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 सीपीआई जिंदाबाद 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 चंगा जिंदाबाद 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 जरा किसाना ना खाओ ਉਹਦਾ ਕੱਖ ਨਾ ਰਹੂ जरा किसाना ना खा ਉਹਦਾ ਕੱਖ ਨਹੀਂ ਰਿਹਾ बाबा पगना तेरी सोच ते देंगे ठोक के बाबा पगना तेरी सोच ते देंगे ठोक के लाल सलाम लाल सलाम लाल सलाम गदरी बाबियां ਨੂੰ लाल सलाम लाल सलाम लाल सलाम बाबियां ਦਾ ਕਾਜ ਅਧੂਰਾ ਲਾਗੇ ਜਿੰਦਗੀ ਕਰੂਗਾ ਪੂਰੇ ਬਾਬਿਆਂ ਦਾ ਕਾਜ ਅਧੂਰਾ ਲਾਗੇ ਜਿੰਦਗੀ ਕਰਾਂਗੇ ਪੂਰਾ ਬਾਬਾ ਪਗਨਾ ਤੇਰੀ ਸੋਚ ਤੇ ਦੇਂਗੇ ਠੋਕ ਕੇ लाल सलाम लाल सलाम लाल सलाम गदरी बाबे ਨੂੰ ਸਾਡਾ लाल सलाम लाल सलाम बाबा सोन से बंदे ਨੂੰ ਸਾਡਾ लाल सलाम लाल सलाम लाल सलाम बाबा सोन से बंदे ਨੂੰ ਸਾਡਾ लाल सलाम लाल सलाम लाल सलाम इनकलाब जिंदाबाद 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 साम्राज्य पूंजीवाद हो बर्बाद हो बर्बाद हो बर्बाद साम्राज्य पूंजीवाद हो बर्बाद हो बर्बाद हो बर्बाद इनकलाब जिंदाबाद 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 बाबा सोन सिंह बंदे ਨੂੰ ਸਾਡਾ लाल सलाम गदरी बाबियां दा पैगाम जारी रखना है संग्राम गदरी बाबियां दा पैगाम जारी रखना है संग्राम साम्राज्य पूंजीवाद हो बर्बाद हो बर्बाद हो बर्बाद इनकलाब जिंदाबाद 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 इनकलाब जिंदाबाद 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 इनकलाब जिंदाबाद 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 इनकलाब जिंदाबाद 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 बाबा सोन सिंह का जन्मदिन मुबारक हो मुबारक हो मुबारक हो बाबा जी का जन्मदिन मुबारक हो मुबारक हो मुबारक हो बाबा जी का काज अधूरे आगे जिंदगी करांगे पूरे बाबा जी का काज अधूरे आगे जिंदगी करांगे पूरे गदर पार्टी के शहीदां ਨੂੰ लाल सलाम लाल सलाम लाल सलाम गदर पार्टी के शहीदां ਨੂੰ लाल सलाम लाल सलाम लाल सलाम बाबा जी ਤੁਹਾਡੇ ਕਾਜ ਅਧੂਰੇ आगे जिंदगी करांगे पूरे बाबा जी का जन्मदिन मुबारक हो मुबारक हो मुबारक हो बाबा सोन से बंदे ਨੂੰ ਸਾਡਾ लाल सलाम लाल सलाम लाल सलाम बाबा जी ਤੁਹਾਡੀ ਸੋਚ ਤੇ ਦੇਂਗੇ ਠੋਕ ਕੇ विराजमान इलाके की सूझवान लीडरशिप सारे ही इलाका निवासी इत्थे इकट्ठे हुए ने बाबा जी के जन्मदिन ते ਅਸੀਂ ਆਪਣੀ ਟੀਮ ਵੱਲੋਂ ਤੁਹਾਡੇ ਨਾਲ ਇੱਕ ਹੋਰ ਇਨਕਲਾਬੀ ਗੀਤ ਸਾਂਝਾ ਕਰਨ ਲੱਗੇ ਹਾਂ। ਪੰਜਾਬੀ ਦਾ ਇੱਕ ਰਾਈਟਰ ਹੈ ਜਸਵੰਤ ਜ਼ਫਰ, ਉਹਦੀ ਇੱਕ ਛੋਟੀ ਜਿਹੀ ਕਵਿਤਾ ਹੈ। ਉਹਨੇ ਲਿਖਿਆ ਕਿ ਜਦੋਂ ਮੈਂ ਸੈਰ ਕਰਦਾ ਹੈ ਤਾਂ ਚੰਦ ਮੇਰੇ ਨਾਲ ਨਾਲ ਤੁਰਦਾ ਹੈ। ਤਾਂ ਉਹਦੀ ਪਤਨੀ ਉਸ ਕਵਿਤਾ ਦੇ ਵਿੱਚ ਕਹਿੰਦੀ ਹੈ ਕਿ ਤੁਰਦਿਆਂ ਦੇ ਨਾਲ ਤਾਂ ਸਾਰੀ ਦੁਨੀਆ ਤੁਰਦੀ ਹੈ, ਇਕੱਲਾ ਚੰਦ ਨਹੀਂ ਤੁਰਦਾ। ਸੋ ਸਾਡੀ ਇਹ ਕਵਿਤਾ ਉਹਨਾਂ ਮੁਸਾਫਰਾਂ ਨੂੰ ਹੈ ਜਿਹੜੇ ਅੱਜ ਬਾਬਾ ਜੀ ਵਰਗਿਆਂ ਦੇ ਮਕਸਦ ਨੂੰ ਲੈ ਕੇ ਤੁਰੇ ਹੋਏ ਨੇ। ਅਸੀਂ ਇਸ ਮਕਸਦ ਦੇ ਵਿੱਚ ਹੀ ਜਿਹੜੇ ਕਿਸਾਨੀ ਸੰਘਰਸ਼ ਨੂੰ ਜਿੱਤਿਆ ਹੈ, ਉਹ ਸਾਡਾ ਇੱਕ ਮੋੜ ਹੈ, ਸਾਡੀ ਮੰਜ਼ਿਲ ਨਹੀਂ। ਸਾਡੀ ਜਿਹੜੀ ਮੰਜ਼ਿਲ ਹੈ ਉਹ ਸੰਪੂਰਨ ਜਿਹੜਾ ਇਨਕਲਾਬ ਹੈ ਉਹਦੇ ਵਾਸਤੇ ਹੈ। ਉਸ ਤੋਂ ਵੀ ਅੱਗੇ ਅਸੀਂ ਇੱਕ ਵਧੀਆ ਸੋਹਣਾ ਸਮਾਜ ਸਾਰੇ ਦੁਨੀਆ ਦੇ ਵਿੱਚ ਲੈ ਕੇ ਆਉਣਾ ਹੈ, ਨਾ ਕਿ ਇੱਕ ਦੇਸ਼ ਦੇ ਵਿੱਚ। ਸੋ ਸਾਡਾ ਗੀਤ ਇਫਤਾ ਮੋਗਾ ਦਾ ਇਹ ਗੀਤ ਹਰ ਉਸ ਮੁਸਾਫਰ ਨੂੰ ਸਮਰਪਿਤ ਹੈ ਜੋ ਇਸ ਰਾਹ ਤੇ ਜੋ ਅਸਲੀ ਤੇ ਤੁਰਿਆ ਹੋਇਆ। ਤੁਰਿਆ ਤੁਰਿਆ ਜਾ ਮੁਸਾਫਰ ਤੁਰਿਆ ਤੁਰਿਆ ਜਾ ਤੁਰਿਆ ਤੁਰਿਆ ਜਾ ਮੁਸਾਫਰ ਤੁਰਿਆ ਤੁਰਿਆ ਜਾ ਤੁਰਿਆ ਤੁਰਿਆ ਜਾ ਮੁਸਾਫਰ ਤੁਰਿਆ ਤੁਰਿਆ ਜਾ ਤੁਰਿਆ ਤੁਰਿਆ ਜਾ ਮੁਸਾਫਰ ਤੁਰਿਆ ਤੁਰਿਆ ਜਾ। ਛਪੜੋਂ ਨਹੀਂ ਹੁੰਦੀ ਛਪੜਾਂ ਦੀ ਕੋਈ ਤੋਰ ਨਹੀਂ ਹੁੰਦੀ ਤੁਰਦੇ ਨੇ ਦਰਿਆ ਮੁਸਾਫਰ
ਤੁਰਿਆ ਤੁਰਿਆ ਜਾ ਤੁਰਿਆ ਤੁਰਿਆ ਜਾ ਮੁਸਾਫਰ ਤੁਰਿਆ ਤੁਰਿਆ ਜਾ ਛੱਪੜਾਂ ਦੀ ਕੋਈ ਤੋਰ ਨਹੀਂ ਹੁੰਦੀ ਛੱਪੜਾਂ ਦੀ ਕੋਈ ਤੋਰ ਨਹੀਂ ਹੁੰਦੀ ਤੁਰਦੇ ਨੇ ਦਰਿਆ ਮੁਸਾਫਰ ਤੁਰਿਆ ਤੁਰਿਆ ਜਾ ਮੁਸਾਫਰ ਤੁਰਿਆ ਤੁਰਿਆ ਜਾ ਤੁਰਿਆ ਤੁਰਿਆ ਜਾ ਮੁਸਾਫਰ ਤੁਰਿਆ ਤੁਰਿਆ ਜਾ ਖੜਿਆ ਪਾਣੀ ਮੁਸ਼ਕਿਆ ਤੁਰ ਕੇ ਮੈਂ ਖੜਾ ਖੜਿਆ ਪਾਣੀ ਮੁਸ਼ਕਿਆ ਤੁਰ ਕੇ ਮੈਂ ਖੜਾ ਲੈ ਮਿੱਟੀ ਜ਼ਰ ਖੇਜ ਨੂੰ ਲੈ ਮਿੱਟੀ ਜ਼ਰ ਖੇਜ ਨੂੰ ਜਾ ਕੇ ਅੰਨ ਉਗਾ ਮੁਸਾਫਰ ਤੁਰਿਆ ਤੁਰਿਆ ਜਾ ਮੁਸਾਫਰ ਤੁਰਿਆ ਤੁਰਿਆ ਜਾ ਤੁਰਿਆ ਤੁਰਿਆ ਜਾ ਮੁਸਾਫਰ ਤੁਰਿਆ ਤੁਰਿਆ ਜਾ ਛੱਪੜਾਂ ਦੀ ਕੋਈ ਤੋਰ ਨਹੀਂ ਹੁੰਦੀ ਛੱਪੜਾਂ ਦੀ ਕੋਈ ਤੋਰ ਨਹੀਂ ਹੁੰਦੀ ਤੁਰਦੇ ਨੇ ਦਰਿਆ ਮੁਸਾਫਰ ਤੁਰਿਆ ਤੁਰਿਆ ਜਾ ਮੁਸਾਫਰ ਤੁਰਿਆ ਤੁਰਿਆ ਜਾ ਤੁਰਿਆ ਤੁਰਿਆ ਜਾ ਮੁਸਾਫਰ ਤੁਰਿਆ ਤੁਰਿਆ ਜਾ ਇਹ ਹੈ ਪ੍ਰੋਫੈਸਰ ਲੱਗਣ ਦੇ ਕਾਬਲ ਹੈ ਰੈਟ ਲਾਗੀ ਭਰਤੀ ਜਿਹੜੀ ਪ੍ਰੋਫੈਸਰਾਂ ਦੀ ਭਰਤੀ ਹੋਈ ਸੀ ਉਹਦੇ ਵਿੱਚ ਦਾ ਪੇਪਰ ਕਲੀਅਰ ਹੋਇਆ ਹੈ। ਸੋ ਅਸੀਂ ਸਾਰੇ ਸਟੂਡੈਂਟ ਆ ਇੱਟਾ ਮੋਗਾ ਦੇ ਜਿਹੜੇ ਕਲਾਕਾਰ ਹੈ ਤੇ ਆਪਣੀ ਜਿਹੜੀ ਸੇਵਾ ਹੈ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਸਮਾਜ ਦੇ ਪ੍ਰਤੀ ਉਹ ਨਿਭਾਉਂਦੇ ਆਉਂਦੇ ਆ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਅਸੀਂ ਉਹਨਾਂ ਸਟੇਜਾਂ ਦੇ ਉੱਤੇ ਬਾਬਾ ਜੀ ਦਾ ਜਨਮ ਦਿਨ ਮਨਾਇਆ ਔਰ ਹਰ ਉਸ ਦੁਨੀਆ ਦੇ ਜੂਝਣ ਵਾਲੇ ਵਿਅਕਤੀ ਦਾ ਉਹਨਾਂ ਸਟੇਜਾਂ ਦੇ ਉੱਤੇ ਜਨਮ ਦਿਨ ਉਹਨਾਂ ਦੇ ਸ਼ਹੀਦੀ ਦਿਨ ਤੇ ਉਹਨਾਂ ਨੂੰ ਪ੍ਰਣਾਮ ਕਰਦੇ ਰਹੇ। ਮੇਰੇ ਤੋਂ ਪਹਿਲਾਂ ਸਾਡੇ ਕਿਸਾਨ ਆਗੂ ਨੇ ਦੱਸਿਆ ਕਿ 1 ਸਾਲ 13 ਦਿਨ ਅਸੀਂ ਇਸ ਅੰਦੋਲਨ ਦੇ ਅੰਦਰ ਜਿੱਤਣ ਵਾਸਤੇ ਲਾਏ। ਅਸੀਂ ਜਿਹੜੇ ਕਿਸਾਨ ਜਥੇਬੰਦੀਆਂ ਵਾਲੇ ਹੈ ਭਾਵੇਂ ਇਸ ਅੰਦੋਲਨ ਦੀ ਅਗਵਾਈ ਕਰਦੇ ਸਨ ਪਰ ਅਸਲ 'ਚ ਇਹ ਅੰਦੋਲਨ ਸਮੁੱਚੀ ਮਿਹਨਤਕਸ਼ ਜਨਤਾ ਦਾ ਅੰਦੋਲਨ ਸੀ ਔਰ ਇਸ ਅੰਦੋਲਨ ਨੂੰ ਜਿੱਤਣ ਦੇ ਵਿੱਚ ਵੀ ਸਮੁੱਚੀ ਮਿਹਨਤਕਸ਼ ਜਨਤਾ ਨੇ ਯੋਗਦਾਨ ਪਾਇਆ ਔਰ ਇਹਦੀ ਜਿਹੜੀ ਜਿੱਤ ਦੀ ਵਧਾਈ ਹੈ ਉਹ ਹਰ ਉਸ ਵਿਅਕਤੀ ਨੂੰ ਵਧਾਈ ਹੈ ਜਿਨੇ ਇਸ ਅੰਦੋਲਨ ਦੇ ਅੰਦਰ ਰੱਤੀ ਮਾਸਾ ਵੀ ਹਿੱਸਾ ਪਾਇਆ। ਹਰ ਉਸ ਵਿਅਕਤੀ ਨੂੰ ਵਧਾਈ ਹੈ ਜਿਹੜੇ ਵਿਅਕਤੀ ਨੇ ਸਵੇਰੇ ਸ਼ਾਮ ਗੁਰਦੁਆਰਿਆਂ ਦੇ ਅੰਦਰ ਅਰਦਾਸ ਕੀਤੀ ਦੇ ਅੰਦਰ ਹਾਜ਼ਰੀਆਂ ਭਰੀਆਂ। ਸਾਲ ਭਰ ਦਿੱਤੇ ਗਏ ਮੋਰਚੇ ਵੱਲੋਂ ਵੱਖ-ਵੱਖ ਸੱਦਿਆਂ ਨੂੰ ਅਮਲ ਦੇ ਵਿੱਚ ਲਾਗੂ ਕੀਤਾ। ਇਹ ਅੰਦੋਲਨ ਏਡਾ ਸੌਖਾ ਜਾਂ ਕਹਿ ਲਈਏ ਵੀ ਏਡਾ ਸਸਤਾ ਨਹੀਂ ਜਿੱਤਿਆ ਗਿਆ। ਪਿੰਡਾਂ ਦੇ ਅੰਦਰੋਂ ਕਰੋੜਾਂ ਰੁਪਏ ਇਸ ਅੰਦੋਲਨ ਤੇ ਲੱਗੇ। ਹਰ ਵਿਅਕਤੀ ਜਿਹੜਾ ਦਿੱਲੀ ਪਹੁੰਚਦਾ ਸੀ ਉਹ ਹਜ਼ਾਰਾਂ ਰੁਪਈਆਂ ਦਾ ਆਪਣੀ ਜੇਬ ਚੋਂ ਖਰਚਾ ਕਰਕੇ ਪਹੁੰਚਦਾ ਸੀ। ਇਹਨਾਂ ਇਲਾਕਿਆਂ ਤੋਂ ਜਿਹੜੇ ਟਰੈਕਟਰ ਟਰਾਲੀ ਜਾਂਦੇ ਸੀ ਇੱਕ ਫੇਰੇ ਦੇ ਅੰਦਰ 25,000 ਦਾ ਤੇਲ ਲੱਗਦਾ ਸੀ। ਸਭ ਤੋਂ ਮਹਿੰਗਾ ਅੰਦੋਲਨ ਦੁਨੀਆ ਦਾ, ਸਭ ਤੋਂ ਲੰਮਾ ਅੰਦੋਲਨ ਦੁਨੀਆ ਦਾ ਤੇ ਦੁਨੀਆ ਦੇ ਅੰਦਰ ਇੱਕ ਨਵਾਂ ਇਤਿਹਾਸ ਸਿਰਜਣ ਦਾ ਅੰਦੋਲਨ ਕਿ ਦੁਨੀਆ ਦਾ ਉਹ ਕਾਰਪੋਰੇਟ ਜਿਹੜਾ ਪੂਰੀ ਦੁਨੀਆ ਨੂੰ ਹੜਪ ਕਰ ਜਾਣਾ ਚਾਹੁੰਦਾ ਜਿਹਨੇ ਦੁਨੀਆ ਦੇ ਹਰ ਸੈਕਟਰ ਤੇ ਕਬਜ਼ਾ ਕਰ ਲਿਆ ਔਰ ਉਹ ਆਖਰ ਦੇ ਵਿੱਚ ਅਨਾਜ ਦੇ ਸੈਕਟਰ ਤੇ ਕਬਜ਼ਾ ਕਰਨ ਵਾਸਤੇ ਆਇਆ। ਦੁਨੀਆ ਦੇ ਅੰਦਰ ਪੂਰੇ ਯੂਰਪ ਨੂੰ ਇਸ ਖੇਤੀਬਾੜੀ ਮਾਡਲ ਨੇ ਤਬਾਹ ਕੀਤਾ ਔਰ ਉਹਦੇ ਤੋਂ ਬਾਅਦ ਤੇ ਉਹ ਸਾਡੇ ਇਸ ਵਿਕਸਿਤ ਖਿੱਤੇ ਦੇ ਅੰਦਰ ਸਾਡੀ ਖੇਤੀ ਤੇ ਅੱਖ ਰੱਖ ਕੇ ਉਹ ਦੁਨੀਆ ਦੀਆਂ ਉਹ ਤਨਾਜ਼ ਏਜੰਸੀਆਂ ਕਾਰਪੋਰੇਟਾਂ ਦੇ ਰਾਹੀਂ ਚਾਹੇ ਉਹ WTO ਹੈ, ਚਾਹੇ ਉਹ IMF ਹੈ, ਚਾਹੇ ਉਹ ਵਰਲਡ ਬੈਂਕ ਹੈ, ਉਹਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਮੋਦੀ ਨੇ ਉਹ 3 ਖੇਤੀ ਵਿਰੋਧੀ ਕਾਨੂੰਨ ਲਿਆਂਦੇ। ਉਹਨਾਂ ਕਾਨੂੰਨਾਂ ਦੇ ਖਿਲਾਫ ਅਸੀਂ ਫਖਰ ਕਰਦੇ ਹਾਂ, ਮਾਣ ਕਰਦੇ ਹਾਂ ਕਿ ਉਹਦੇ ਖਿਲਾਫ ਅੰਦੋਲਨ ਲੜਨ ਦੇ ਵਿੱਚ ਸਭ ਤੋਂ ਮੁੱਢਲਾ ਅੰਦੋਲਨ ਇਸ ਬਾਬਾ ਜੀ ਦੀ ਜਥੇਬੰਦੀ ਕੁੱਲ ਹਿੰਦ ਕਿਸਾਨ ਸਭਾ ਨੇ ਨਿਭਾਇਆ। 1936 ਦੇ ਅੰਦਰ ਬਾਬਾ ਜੀ ਨੇ ਉਸ ਜਥੇਬੰਦੀ ਦੀ
रखी हिंदुस्तान के अंदर इको एक जथेबंदी दे वो हिंदुस्तान के प्रधान बनने वाले साडे वड्डे आगू सी। कुल हिंद किसान सभा ने पंजाब के अंदरों इन्हां समुचियां जथेबंदियां नूं एकत्रता करने वास्ते वड्डा हमला मारिया। ਇਹ ਸਰਕਾਰਾਂ ਨਹੀਂ ਚਾਹੁੰਦੀਆਂ ਵੀ ਸਾਡੀ ਗੱਲ ਆਮ ਲੋਕਾਂ ਤੱਕ ਜਾਵੇ। ਮੈਂ ਸੰਖੇਪ ਚ ਕਰਨੀ ਗੱਲ, ਪਿਛਲੇ ਸਾਲ ਹਰ ਸਾਲ ਸਰਕਾਰ ਬਾਬੇ ਜੀ ਦੇ ਬੁੱਤ ਬਾਰੇ ਐਲਾਨ ਕਰਦੀ ਆ, ਲੋਕਾਂ ਨਾਲ ਮੀਟਿੰਗਾਂ ਕਰਦੀ ਹੈ, ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਵੀ ਬਾਬਾ ਜੀ ਦੇ ਬੁੱਤ ਬਾਰੇ ਅਜੇ ਕੋਈ ਫੈਸਲਾ ਨਹੀਂ ਹੋਇਆ, ਕਿਉਂਕਿ ਬਾਬਾ ਜੀ ਦਾ ਬੁੱਤ ਲੱਗੂਗਾ ਤੇ ਲੋਕ ਉਹਨਾਂ ਨੂੰ ਵੇਖ ਕੇ ਉਹਨਾਂ ਦੇ ਨਕਸ਼ੇ ਕਦਮਾਂ ਦੇ ਚੱਲਣ ਦੀ ਕੋਸ਼ਿਸ਼ ਕਰਨਗੇ। ਅਗਲੀ ਗੱਲ, ਬਹੁਤ ਵਿਕਾਸ ਕੀਤਾ ਹੈ, ਭਾਵੇਂ ਕੈਪਟਨ ਹੋਵੇ ਤੇ ਭਾਵੇਂ ਚੰਨੀ ਹੋਵੇ ਤੇ ਭਾਵੇਂ ਸੈਂਟਰ ਦੀ ਸਰਕਾਰ ਹੋਵੇ, ਵਿਕਾਸ ਬਹੁਤ ਕੀਤਾ ਹੈ। ਨੌਕਰੀਆਂ ਦਾ ਜ਼ਿਕਰ ਸਾਥੀਆਂ ਨੇ ਕੀਤਾ ਹੈ, ਮੈਂ ਸਿਰਫ ਜ਼ਿਕਰ ਕਰਨਾ ਹੈ ਕਿ ਭਟਨਾ ਕਲਾਂ ਦੀ ਸੜਕ ਜਿਹੜੀ ਬਹੁਤ ਵਿਕਾਸ ਦਾ ਵੱਡਾ ਨਮੂਨਾ ਹੈ। ਸਾਰੇ ਸਾਥੀ ਇੱਧਰੋਂ ਝਬਾੜ ਵੱਲੋਂ ਅੰਮ੍ਰਿਤਸਰ ਵੱਲੋਂ ਆਏ ਆ। ਮਾੜਾ ਸਕੂਟਰ ਮਾੜੀ ਗੱਡੀ ਇਸ ਸੜਕ ਤੇ ਚੱਲ ਨਹੀਂ ਸਕਦੀ, ਇਹਨੂੰ ਵਿਕਾਸ ਕਹਿੰਦੇ ਆ। ਅਸੀਂ ਇਹਦੀ ਪੁਰਜੋਰ ਨਿੰਦਾ ਕਰਦੇ ਆ ਵੀ ਏਡੇ ਵੱਡੇ ਮਹਾਨ ਦੇਸ਼ ਭਗਤ ਬਾਬਾ ਸੋਹਣ ਸਿੰਘ ਜੀ ਭਟਨਾ ਦੇ ਯਾਦਗਾਰ ਤੱਕ ਜਾਂ ਉਹਦੇ ਚੌਂਕ ਤੱਕ ਪਿੰਡ ਭਟਨਾ ਤੱਕ ਇਹ ਸੜਕ ਦਾ ਇਹੋ ਜਿਹਾ ਹਾਲ ਹੋਵੇ ਜਿਹਦਾ ਵਰਣਨ ਨਹੀਂ ਕੀਤਾ ਜਾ ਸਕਦਾ। ਅਗਲੀ ਗੱਲ ਮੈਂ ਕਰਨੀ ਹੈ, ਇੱਥੇ ਸਰਦਾਰ ਹਜ਼ਾਰਾ ਸਿੰਘ ਗਿੱਲ ਜਿਹੜੇ ਸਾਡੇ ਵਿੱਚ ਨਹੀਂ ਰਹੇ, ਉਹਨਾਂ ਦੇ ਸ਼ੋਕ ਸਮਾਗਮ ਤੇ ਮੈਂ ਵੀ ਆਇਆ ਸੀ। ਇੱਥੇ ਗੁਰਜੀਤ ਔਜਲਾ ਜਿਹੜੇ ਇਸ ਹਲਕੇ ਦੇ MP ਹੈ, ਉਹਨੇ ਕਿਹਾ ਸੀ ਮੈਂ ਬਾਬਾ ਭਟਨਾ ਜੀ ਦੀ ਲਾਇਬ੍ਰੇਰੀ ਵਾਸਤੇ 15 ਲੱਖ ਰੁਪਈਆ ਦੇਵਾਂਗਾ, ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਉਹ 15 ਲੱਖ ਦੇ ਕੀ, ਪਰ ਉਸ ਲਾਇਬ੍ਰੇਰੀ ਦਾ ਹਾਲ ਵੇਖੋ ਜਾ ਕੇ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਉਸ ਲਾਇਬ੍ਰੇਰੀ ਜਿੱਥੇ ਬਾਬਾ ਜੀ ਨੇ ਸੁਪਨਾ ਲਿਆ ਸੀ ਵੀ ਲੋਕ ਪੜ੍ਹਨ, ਆਪਣੀ ਸੂਝ ਨੂੰ ਉੱਚਾ ਕਰਨ, ਲੋਕ ਮਸਲਿਆਂ ਬਾਰੇ ਗਿਆਨ ਪੈਦਾ ਕਰਨ, ਉਸ ਲਾਇਬ੍ਰੇਰੀ 'ਚ ਜੂਆ ਖੇਡਣ ਵਾਲੇ, ਸਮੈਕ ਪੀਣ ਵਾਲੇ ਉਹ ਲੋਕ ਉੱਥੇ ਆਉਂਦੇ ਆ। ਉੱਥੇ ਪਿਸ਼ਾਬ ਘਰ ਬਣਾਇਆ ਹੈ। ਇੱਥੋਂ ਦੇ ਸਰਪੰਚ ਸਾਹਿਬ ਨੂੰ ਅਸਾਂ ਬੇਨਤੀ ਕੀਤੀ ਸੀ ਵੀ ਚੌਂਕ ਦੇ ਵਿੱਚ ਘੱਟੋ ਘੱਟ 2 ਜਾਂ 3 ਬਾਥਰੂਮ ਬਣਨੇ ਚਾਹੀਦੇ ਆ, ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਜਿੱਥੇ ਸਰਪੰਚ ਸਾਹਿਬ ਨੇ ਬਾਥਰੂਮ ਬਣਾਏ ਉਹਨਾਂ ਨੂੰ ਵਰਤੋਂ ਹੀ ਕੋਈ ਨਹੀਂ ਲਿਆਉਂਦਾ। ਅਗਲੀ ਗੱਲ, ਅਸੀਂ ਹਰ ਸਾਲ ਬਾਬਾ ਜੀ ਦੇ ਚੌਂਕ 'ਚ ਉਹਨੂੰ ਕਲੀ ਕਰਕੇ ਥੋੜਾ ਬੜਾ ਸ਼ਿੰਗਾਰਨ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਤਰ੍ਹਾਂ ਜਿਹੜਾ ਮੇਨ ਗੇਟ ਹੈ ਲਾਇਬ੍ਰੇਰੀ ਦਾ, ਉਹਨੂੰ ਵੀ ਥੋੜਾ ਜਿਹਾ ਲਿਖਣ ਦੀ ਕੋਸ਼ਿਸ਼ ਕਰਦੇ ਹਾਂ ਵੀ ਲੋਕਾਂ 'ਚ ਗੱਲ ਜਾਵੇ ਵੀ ਇਹ ਲੋਕ ਕੁਝ ਕਰਦੇ ਆ। ਪਰ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਵੀ ਆਓ ਅੱਜ ਦੇ ਦਿਨ ਤੇ ਇਹਨਾਂ ਗੱਲਾਂ ਵੱਲ ਵੀ ਸਰਕਾਰ ਦਾ ਧਿਆਨ ਦਿਵਾਈਏ। ਜਦੋਂ MP ਹੋਵੇ ਜਾਂ ਇਸ ਹਲਕੇ ਦਾ ਤਰਸੇਮ ਸਿੰਘ DC ਹੋਵੇ, MLA, ਉਹਨੂੰ ਇਹ ਸਵਾਲ ਤੇ 2-3 ਜ਼ਰੂਰ ਕਰੋ ਵੀ ਸਾਡੀ ਸੜਕ ਦਾ ਬੜਾ ਵਿਕਾਸ ਹੋਇਆ ਹੈ, ਸਾਡੇ ਮਹਾਨ ਦੇਸ਼ ਗਦਰੀ ਬਾਬੇ ਦੀ ਲਾਇਬ੍ਰੇਰੀ ਦਾ ਬਹੁਤ ਵੱਡਾ ਸੁਧਾਰ ਹੋ ਗਿਆ ਹੈ, ਬਹੁਤ ਵੱਡਾ ਪੁੱਤ ਤੁਸੀਂ ਸਾਡੇ ਗਦਰੀ ਬਾਬੇ ਦਾ ਲਾ ਦਿੱਤਾ ਹੈ ਤਾਂ ਕਿ ਉਹਨਾਂ ਨੂੰ ਕੁਝ ਅਕਲ ਆਵੇ। ਜਦੋਂ ਤੁਹਾਡੇ ਕੋਲ ਵੋਟਾਂ ਮੰਗਣ ਆਉਣ, ਇਹਨਾਂ ਗੱਲਾਂ ਦਾ ਤੁਸੀਂ ਉਹਨਾਂ ਕੋਲੋਂ ਜਵਾਬ ਮੰਗਣਾ ਹੈ। ਬਾਕੀ ਹੋਰ ਵੀ ਬਹੁਤ ਸਾਰੇ ਸਵਾਲ ਹੈ ਜਿਹੜੇ ਤੁਸੀਂ ਕਰਨੇ ਆ। ਸੋ ਮੈਂ ਅੱਜ ਦੇ ਦਿਨ ਬਾਬਾ ਜੀ ਦੇ ਜਨਮ ਦਿਨ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਾਂ ਦੇਣਾ। ਬਹੁਤ ਤੁਸੀਂ ਹੌਸਲੇ ਵਾਲੇ ਬੰਦੇ ਜੇ। ਇਸ ਮੌਸਮ ਦੇ ਵਿੱਚ ਜਦੋਂ ਸਵੇਰੇ ਮੀਂਹ ਪੈ ਰਿਹਾ ਸੀ, ਤੁਸੀਂ ਸਾਰਿਆਂ ਨੇ ਸ਼ਮੂਲੀਅਤ ਕੀਤੀ ਆ। ਮੈਂ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਧੰਨਵਾਦ। मैं स्टेज ਨੂੰ ਬੇਨਤੀ ਕਰਦਾ ਜਿਹੜੇ ਸਾਥੀ ਚਾਹ ਪੀ ਰਹੇ ਨੇ ਤੇ ਉਹ ਗਲਾਸੀ ਫੜ ਕੇ ਤੇ ਪੰਡਾਲ 'ਚ ਆ ਜਾਣ। ਬੜੇ ਜ਼ਿੰਮੇਵਾਰ ਸਾਥੀ ਵੀ ਕਈ ਉੱਥੇ ਖਲੋਤੇ ਆ, ਸੋ ਸਾਰਿਆਂ ਨੂੰ ਬੇਨਤੀ ਆ ਵੀ 5-10 ਮਿੰਟ ਜਿੱਥੇ ਆਪਾਂ ਅੱਗੇ ਟਿੱਕੇ ਬੈਠੇ ਹੋਰ ਬੈਠੀਏ। ਪ੍ਰਧਾਨਗੀ ਮੰਡਲ ਦੇ ਵੱਖ-ਵੱਖ ਪਿੰਡਾਂ ਵਿੱਚੋਂ ਆਏ ਸਾਥੀਓ, ਅੱਜ ਆਪਾਂ ਬਾਬਾ ਸੋਹਣ ਸਿੰਘ ਭਟਨਾ ਜਿਹੜੇ ਗਦਰ ਪਾਰਟੀ ਦੇ ਬਾਨੀ ਪ੍ਰਧਾਨ ਸੀ, ਉਹਨਾਂ ਦੇ ਜਨਮ ਦਿਹਾੜੇ 'ਤੇ ਇਕੱਠੇ ਹੋਏ ਆ। ਇਸੇ ਪਿੰਡ ਦੇ ਬਹੁਤ ਵੱਡੇ ਕ੍ਰਾਂਤੀਕਾਰੀ ਹੋਏ, ਗਦਰੀ ਹੋਏ ਬਾਬੇ ਗੁਰਜਰ ਸਿੰਘ ਜੀ ਭਟਨਾ, ਉਹਨਾਂ ਦੇ ਬਾਰੇ ਵੀ ਗੱਲ ਆ ਚੁੱਕੀ ਹੈ।
ਮੇਰੇ ਬਾਰੇ ਕੁਝ ਬਹੁਤਾ ਹੀ ਦੱਸ ਦਿੱਤਾ ਗਿਆ। ਸਹੀ ਮਾਇਨਿਆਂ 'ਚ ਮੈਂ ਠੀਕ ਨਹੀਂ। ਕਾਮਰੇਡ ਭਜਨ ਸਿੰਘ ਦੀ ਵੀ ਮੁਸ਼ਕਿਲ ਸੀ ਕੁਝ। ਕਾਮਰੇਡ ਬੰਦ ਸਿੰਘ ਬਰਾੜ ਤੁਸੀਂ ਬਹੁਤੇ ਸਮਝ ਹੀ ਗਏ ਹੋਵੋਗੇ ਕਿ ਜਿਹੜੇ ਪੰਜਾਬ ਦੇ ਹਾਲਾਤ ਨੇ, ਸਾਡੇ ਦੇਸ਼ ਦੇ ਹਾਲਾਤ ਨੇ, ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇ ਫਰਵਰੀ 'ਚ, ਉਹਦੀ ਮੱਦੇਨਜ਼ਰ ਉਹਨਾਂ ਨੂੰ ਬਾਰ-ਬਾਰ ਇੱਧਰ ਉੱਧਰ ਜਾਣਾ ਪੈ ਗਿਆ। ਇਸ ਕਰਕੇ ਉਹ ਵੀ ਨਹੀਂ ਆ ਸਕੇ। ਮੈਂ ਇੰਨਾ ਠੀਕ ਨਹੀਂ, ਦਵਾਈ ਖਾਣਾ, ਦਵਾਈ ਵੀ ਬੜੀ ਸਖਤ ਆ। ਰੋਡ ਐਕਸੀਡੈਂਟ ਹੋ ਗਿਆ ਸੀ, ਇਸ ਕਰਕੇ ਕੋਈ ਮੇਰੇ ਕੋਲ ਇਦਾਂ ਦੀ ਬਹੁਤ ਲੰਬੀ ਚੌੜੀ ਗੱਲਬਾਤ ਨਹੀਂ ਹੋ ਸਕਣੀ। ਜਿੱਥੇ ਮੈਂ ਮੁਬਾਰਕਬਾਦ ਦਿੰਦਾ ਗਦਰੀ ਬਾਬਿਆਂ ਦੇ ਜਨਮ ਦਿਹਾੜੇ ਤੇ ਉਹਨਾਂ ਨੂੰ ਲਾਲ ਸਾਹਿਬ ਕਹਿਣਾ, ਉੱਥੇ ਸਿਰਫ ਇੰਨੀ ਗੱਲ ਕਰਾਂਗਾ ਕਿ CPI ਦੀ, ਕਮਿਊਨਿਸਟ ਪਾਰਟੀ ਦੀ ਲਗਾਤਾਰ ਸੈਂਟਰ ਤੇ ਪੰਜਾਬ ਦੀ ਬੋਡੀ ਜਿਹੜੀ ਉਹ ਆਪਸ ਵਿੱਚ ਵਿਚਾਰ ਵਟਾਂਦਰੇ ਲਗਾਤਾਰ ਕਰ ਰਹੀ ਹੈ। ਹੁਣ ਵੀ ਚੰਡੀਗੜ੍ਹ ਦੇ ਵਿੱਚੋਂ ਕੱਲ੍ਹ ਹੀ ਬਹੁਤੇ ਸਾਥੀ ਵਾਪਸ ਮੁੜੇ, ਉੱਥੇ ਲਗਾਤਾਰ ਗੱਲਬਾਤ ਚੱਲਣ ਰਹੀ ਆ। ਸੋ ਇਸ ਕਰਕੇ ਉਹਦੇ ਵਿੱਚੋਂ ਗਾਂ ਕਿਹੜੇ ਤਰੀਕੇ ਨਾਲ ਆਪਾਂ ਸਾਰਾ ਤਾਲਮੇਲ ਕਰਨਾ ਹੈ ਇਹਨਾਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ, ਉਹ ਸਾਰਾ ਕੁਝ ਦਿਹਾੜੀ ਡੰਗ ਦੇ ਵਿੱਚ ਆਪਣੇ ਸਾਹਮਣੇ ਆ ਜਾਣਾ। ਸਾਡੇ ਸਾਹਮਣੇ ਕਿਸਾਨ ਸੰਘਰਸ਼ ਵੀ ਬੜਾ ਤਕੜਾ ਹੋਇਆ ਹੈ ਔਰ ਮਹਿੰਗਾਈ ਦਾ ਦੌਰ ਵੀ ਚੱਲਿਆ ਹੈ ਔਰ ਦੇਸ਼ ਦੇ ਬਹੁਤ ਵੱਡੀ ਤੱਕ ਸਰਕਾਰੀ ਅਦਾਰੇ ਮੋਦੀ ਦੀ ਸਰਕਾਰ ਨੇ ਵੇਚ ਦਿੱਤੇ ਤੇ ਪੰਜਾਬ ਦੇ ਜੋ ਹਾਲਾਤ ਨੇ ਉਹਨਾਂ ਬਾਰੇ ਕਾਫੀ ਗੱਲਾਂ ਬਾਤਾਂ ਆ ਗਈਆਂ। ਬੜੇ ਲਾਲਚ, ਬੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਇਲੈਕਸ਼ਨਾਂ ਦੇ ਦਿਨਾਂ ਵਿੱਚ ਸਾਰਾ ਕੁਝ ਹੁੰਦਾ ਹੈ, ਉਸ ਤੋਂ ਬਾਅਦ ਕਿੰਨਾ ਅਮਲ ਹੁੰਦਾ ਹੈ ਇਹ ਸਵਾਲ ਅਗਲੇ ਹੈ। ਆਪਾਂ ਤੇ ਇਸ ਗੱਲ ਦੀ ਪੂਰੀ ਆਸ ਰੱਖਦੇ ਹਾਂ ਕਿ ਜੇ ਗਦਰੀ ਬਾਬਿਆਂ ਦੀ ਧਰਤੀ ਤੇ ਇਕੱਤਰ ਹੋਏ ਆ ਤੇ ਉਹਨਾਂ ਦੇ ਸੁਪਨਿਆਂ ਦਾ ਸਮਾਜ ਸਿਰਜਿਆ ਜਾਵੇ, ਕਿਉਂਕਿ ਉਹਨਾਂ ਦੀ ਜਿਹੜੇ ਵਿਚਾਰ ਸੀ ਉਹਨਾਂ ਦੇ ਵਿਚਾਰਾਂ ਦਾ ਸਾਡਾ ਦੇਸ਼ ਬਣੇ। ਕਿਉਂਕਿ ਜਦੋਂ ਉਹ ਬਾਹਰ ਗਏ ਵਿਦੇਸ਼ਾਂ ਵਿੱਚ, ਉਹ ਕਿਰਤ ਕਰਨ ਗਏ ਸੀ। ਸਾਡੇ ਇੱਥੇ ਦੇਸ਼ ਦੇ ਉੱਤੇ ਅੰਗਰੇਜ਼ਾਂ ਦਾ ਰਾਜ ਸੀ ਤੇ ਅੰਗਰੇਜ਼ਾਂ ਨੇ ਕਿਸਾਨਾਂ ਨੂੰ ਲੁੱਟਿਆ, ਮਜ਼ਦੂਰਾਂ ਨੂੰ ਲੁੱਟਿਆ ਤੇ ਆਮ ਲੋਕਾਂ ਦੀ ਪੂਰੀ ਲੁੱਟ ਕੀਤੀ ਸੀ। ਉਹ ਲੁੱਟ ਕਰ ਕਰਕੇ ਆਪਣੇ ਦੇਸ਼ ਨੂੰ ਲਈ ਜਾਂਦੇ ਸੀ। ਉਹਨਾਂ ਹਾਲਤਾਂ ਦੇ ਵਿੱਚ ਇਹ ਕਿਰਤੀ ਬਾਹਰ ਗਏ, ਇਹਨਾਂ ਨੇ ਸੋਚਿਆ ਵਿਚਾਰਿਆ, ਲੋਕਾਂ ਦੇ ਤਾਨੇ ਮਿਹਣੇ ਸੁਣੇ, ਇਹਨਾਂ ਨੂੰ ਬਹੁਤ ਜ਼ਿਆਦਾ ਮਾੜੇ ਵਤੀਰੇ ਦੇਖਣੇ ਪਏ ਤੇ ਫਿਰ ਇਹਨਾਂ ਨੇ ਗਦਰ ਪਾਰਟੀ ਤਿਆਰ ਕੀਤੀ ਤੇ ਗਦਰ ਪਾਰਟੀ ਨੇ ਫੈਸਲਾ ਲਿਆ ਕਿ ਹਿੰਦੁਸਤਾਨ ਦੇ ਵਿੱਚ ਆ ਕੇ ਦੇਸ਼ ਨੂੰ ਆਜ਼ਾਦ ਕਰਾਉਣਾ ਤੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਮਤਲਬ ਇਹ ਨਹੀਂ ਕਿ ਅੰਗਰੇਜ਼ ਚਲੇ ਗਏ ਤੇ ਅੰਗਰੇਜ਼ਾਂ ਤੋਂ ਬਾਅਦ ਦੂਜੇ ਆ ਜਾਣ ਤੇ ਫਿਰ ਉਸ ਤੋਂ ਬਾਅਦ ਸਾਡੇ ਇੱਥੇ ਜਿਸ ਤਰ੍ਹਾਂ ਦਾ ਮਰਜ਼ੀ ਰਾਜ ਪ੍ਰਬੰਧ ਹੋਵੇ। ਉਹਨਾਂ ਨੇ ਇਹ ਸਵਾਲ ਬੜੇ ਵੱਡੇ ਪੱਧਰ ਉੱਤੇ ਜ਼ੋਰ ਨਾਲ ਵਿਚਾਰਿਆ ਕਿ ਸਾਡੇ ਦੇਸ਼ ਦੇ ਵਿੱਚ ਜਿਹੜੇ ਹਰ ਇੱਕ ਨੂੰ ਕੁੱਲੀ ਕੁੱਲੀ ਤੇ ਜੁੱਲੀ ਮਿਲੇਗੀ, ਹਰ ਇੱਕ ਨੂੰ ਰੋਟੀ ਰੋਜੀ ਮਿਲੇਗੀ, ਕੋਈ ਵੀ ਕਿਰਤੀ ਉਹ ਭੁੱਖਾ ਨਹੀਂ ਸੋਏਗਾ ਜਾਂ ਵਿਦੇਸ਼ਾਂ ਨੂੰ ਨਹੀਂ ਦੌੜੇਗਾ। ਪਰ ਆਪਾਂ ਸਾਰੇ ਜਾਣਦੇ ਹਾਂ ਕਿ ਅੱਜ ਸਾਡੇ ਦੇਸ਼ ਦੇ ਜੋ ਹਾਲਾਤ ਨੇ ਉਹਨਾਂ ਹਾਲਾਤਾਂ ਦੇ ਵਿੱਚ ਸਾਡੇ ਪੰਜਾਬ ਦੇ ਗੱਭਰੂ ਤੇ ਖਾਸ ਕਰਕੇ ਸਾਡੇ ਦੇਸ਼ ਦੇ ਗੱਭਰੂ ਉਹ ਵਿਦੇਸ਼ ਨੂੰ ਝਾਕਦੇ ਆ ਕਿ ਉੱਥੋਂ ਜਾ ਕੇ ਕੋਈ ਰੋਟੀ ਮਿਲ ਜੇ, ਕੋਈ ਰੋਜੀ ਮਿਲ ਜਵੇ, ਕਿਉਂਕਿ ਪੰਜਾਬ ਦੀ ਸਰਕਾਰ ਤੇ ਕੇਂਦਰ ਦੀ BJP ਦੀ ਹਕੂਮਤ ਉਹ ਲੋਕਾਂ ਨੂੰ ਰੁਜ਼ਗਾਰ ਨਹੀਂ ਦੇ ਸਕੀ, ਉਹਨਾਂ ਨੂੰ ਕੰਮ ਨਹੀਂ ਦੇ ਸਕੀ, ਉਹਨਾਂ ਨੂੰ ਵਿਦਿਆ ਨਹੀਂ ਦੇ ਸਕੀ। ਸਾਡੀਆਂ ਇੱਥੇ ਭੈਣਾਂ ਦੀ ਤਾਬਰੂ ਨਹੀਂ ਗਈ ਸਹੀ ਸਲਾਮਤ, ਉਹ ਵਿਚਾਰੀਆਂ ਸ਼ਰੇਆਮ ਲੋਕਾਂ ਵਿੱਚ ਨਹੀਂ ਜਾ ਸਕਦੀਆਂ। ਇਹਨਾਂ ਪ੍ਰਸਥਿਤੀਆਂ ਦੇ ਵਿੱਚ ਅਸੀਂ ਨਿਕਲ ਰਹੇ ਹਾਂ। ਸੋ ਇਸ ਵਾਸਤੇ ਤੁਸੀਂ ਇਸ ਗੱਲ ਦਾ ਯਕੀਨ ਰੱਖੋ ਕਿ CPI ਪੰਜਾਬ ਦੀ ਕਮਿਊਨਿਸਟ ਪਾਰਟੀ ਦੂਜੀਆਂ ਪਾਰਟੀਆਂ ਨਾਲ ਤਾਲਮੇਲ ਕਰਦੀ ਹੋਈ, ਕਿਸਾਨਾਂ ਦੇ ਸੰਘਰਸ਼ ਨੂੰ ਸਾਹਮਣੇ ਰੱਖਦੀ ਹੋਈ ਇੱਕ ਦੋ ਦਿਨਾਂ ਦੇ ਵਿੱਚ ਹੀ ਤੁਹਾਡੇ ਕੋਲੇ ਫੈਸਲਾ ਆਵੇਗਾ।
ਕਿਉਂਕਿ ਸਾਨੂੰ ਇਹ ਸਾਰਾ ਸਾਡੇ ਸਾਹਮਣੇ ਹੈ ਕਿ ਮੁਲਾਜ਼ਮਾਂ ਨੇ ਬਹੁਤ ਵੱਡੇ ਸੰਘਰਸ਼ ਲੜੇ, ਬੇਰੁਜ਼ਗਾਰਾਂ ਨੇ ਬਹੁਤ ਵੱਡੇ ਸੰਘਰਸ਼ ਲੜੇ, ਉਹਨਾਂ ਨੂੰ ਇਹ ਸਾਰਾ ਕੁਝ ਸਾਹਮਣੇ ਇਹਨਾਂ ਸਰਕਾਰਾਂ ਨੇ ਨਹੀਂ ਦਿੱਤਾ। ਉਹ ਜਿਹੜੇ ਅਕਾਲੀ ਤੇ ਬੀਜੇਪੀ ਵਾਲੇ ਆ, ਉਹ ਜੋ ਮਰਜ਼ੀ ਅੱਜ ਕਹੀ ਜਾਂਦੇ ਆ, ਪਰ ਉਹਨਾਂ ਦੇ ਵੀ ਆਪਣੇ ਰਾਜ ਹੰਢਾਏ ਆ, ਆਪਾਂ ਸਾਰੇ ਜਾਣਦੇ ਆ। ਸੋ ਇਸ परिस्थिति ਦੇ ਵਿੱਚ ਮੈਂ ਕੋਈ ਬਹੁਤੀ ਲੰਬੀ ਨਾ ਗੱਲ ਕਰਦਾ ਹੋਇਆ ਫਿਰ ਇੱਕ ਵਾਰ ਯਕੀਨ ਦਿਵਾਉਣਾ, ਮੁਬਾਰਕਬਾਦ ਦੇਣਾ ਬਹੁਤ ਬਹੁਤ। ਜੀ ਮੇਰਾ ਨਾਮ ਡਾਕਟਰ ਦਲਬੀਰ ਸਿੰਘ ਲਹਿਰੀ ਹੈ। ਮੈਂ ਪਿੰਡ ਮੀਆਂਪੁਰ ਜ਼ਿਲ੍ਹਾ ਤਰਨਤਾਰਨ ਤੋਂ ਹਾਂ। ਮੇਰੇ ਪਿਤਾ ਜੀ 1964 ਤੋਂ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਮੈਂਬਰ ਨੇ ਅਤੇ ਮੈਨੂੰ 1976 ਦੇ ਵਿੱਚ ਕਮਿਊਨਿਸਟ ਪਾਰਟੀ ਆਫ ਇੰਡੀਆ ਵੱਲੋਂ ਉਸ ਵੇਲੇ ਦੀ ਈਸਟ ਜਰਮਨੀ ਵਿੱਚ ਮੈਡੀਕਲ ਦੀ ਪੜ੍ਹਾਈ ਵਾਸਤੇ ਭੇਜਿਆ ਗਿਆ ਸੀ, ਜੋ ਕਿ ਮੈਂ 1983 ਦੇ ਵਿੱਚ ਕੰਪਲੀਟ ਕਰ ਲਈ ਸੀ। ਉਸ ਤੋਂ ਬਾਅਦ 1983 ਦੇ ਵਿੱਚ ਮੈਂ ਵਾਪਸ ਆ ਗਿਆ ਸੀ ਅਤੇ ਚਾਹੁੰਦਾ ਸੀ ਕਿ ਇੱਥੇ ਆਣ ਕੇ ਲੋਕ ਸੇਵਾ ਕਰਾਂ, ਲੇਕਿਨ ਉਸ ਵਕਤ ਅੱਤਵਾਦ ਦਾ ਦੌਰ ਸੀ ਸਾਡੇ ਪੰਜਾਬ ਦੇ ਵਿੱਚ ਔਰ ਮੈਂ ਕਲੀਨ ਸ਼ੇਵਨ ਹੋਣ ਦੇ ਕਾਰਨ ਸਾਨੂੰ ਧਮਕੀਆਂ ਮਿਲਦੀਆਂ ਰਹੀਆਂ, ਜਿਨ੍ਹਾਂ ਤੋਂ ਮੇਰੇ ਪਿਤਾ ਜੀ ਨੇ ਕਿਹਾ ਕਿ ਕਾਕਾ ਇਹਨਾਂ ਲੋਕਾਂ ਨਾਲ ਆਪਣਾ ਅੰਦਰ ਬਾਹਰ ਨਹੀਂ ਹੋਣਾ, ਤੂੰ ਇੱਕ ਦਫਾ ਦੁਬਾਰਾ ਜਾ ਕੇ ਤੇ ਜਰਮਨੀ ਚਲੇ ਜਾ। ਫਿਰ ਮੈਂ ਕੋਸ਼ਿਸ਼ ਕੀਤੀ ਅਤੇ 1999 ਦੇ ਵਿੱਚ ਪੋਸਟ ਗ੍ਰੈਜੂਏਸ਼ਨ ਈਸਟ ਜਰਮਨੀ ਤੋਂ ਕਰਕੇ ਮੈਂ ਉੱਥੇ ਹੀ ਐਜ ਏ ਸਰਜਨ ਕੰਮ ਸ਼ੁਰੂ ਕਰ ਦਿੱਤਾ ਔਰ 1990 ਦੇ ਵਿੱਚ ਜਰਮਨੀ ਦੇਸ਼ ਇੱਕ ਹੋ ਗਿਆ ਔਰ ਉਸ ਤੋਂ ਬਾਅਦ ਮੈंने ਫੈਸਲਾ ਲੈ ਲਿਆ ਕਿ ਹੁਣ ਮੈਂ ਇੱਥੇ ਹੀ ਕੰਮ ਕਰਨਾ ਹੈ ਅਤੇ ਹਰ ਸਾਲ ਇੱਥੇ ਆਉਣਾ ਹੈ। ਅੱਜ ਦਾ ਦਿਨ ਬਹੁਤ ਖੁਸ਼ੀ ਦਾ ਦਿਨ ਹੈ ਕਿ ਮੈਨੂੰ ਅਵਸਰ ਮਿਲਿਆ ਹੈ ਕਿ ਮੈਂ ਬਾਬਾ ਜੀ ਦੇ ਜਨਮ ਦਿਨ ਦੇ ਉੱਤੇ ਇਸ ਨਗਰ ਭਕਨੇ ਪਹੁੰਚਿਆ ਹਾਂ ਔਰ ਇੰਨਾ ਵੱਡਾ ਇਕੱਠ ਜੋ ਕਿ ਮੈਂ ਅੱਜ ਵੇਖਿਆ ਹੈ, ਸ਼ਾਇਦ ਮੈਂ ਪਹਿਲੀ ਦਫਾ ਹੀ ਦੇਖਿਆ ਹੋਇਆ ਸੀ। ਇੱਕ ਮੈਨੂੰ ਸੁਭਾਗ ਪ੍ਰਾਪਤ ਇਹ ਹੋਇਆ ਹੈ ਕਿ ਮੈਂ ਬਾਬਾ ਜੀ ਨੂੰ ਅਗਨੀ ਭੇਟ ਹੁੰਦਿਆਂ ਇਸ ਧਰਤੀ ਦੇ ਉੱਤੇ 1968 ਦੇ ਵਿੱਚ ਆਪਣੀਆਂ ਅੱਖਾਂ ਨਾਲ ਤੱਕਿਆ ਹੋਇਆ ਹੈ, ਜਿਹੜਾ ਉਸ ਵਕਤ ਸਾਨੂੰ ਮੈਂ 8ਵੀਂ ਜਮਾਤ ਦਾ ਵਿਦਿਆਰਥੀ ਸੀ ਔਰ ਸਾਡੇ ਸਕੂਲ ਦੇ ਪ੍ਰਿੰਸੀਪਲ ਸ਼ਿੰਗਾਰਾ ਸਿੰਘ ਜੀ ਹੁਣੀ ਸਾਰੇ ਸਕੂਲ ਤੇ ਉਹਨਾਂ ਦੇ ਸੰਸਕਾਰ ਉੱਤੇ ਇੱਥੇ ਆਏ ਸਨ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰ ਰਿਹਾ ਹਾਂ ਔਰ ਬਾਬਾ ਜੀ ਦੇ ਜਨਮ ਦਿਨ 'ਤੇ ਇੱਕ ਵਾਰ ਸਾਰੀ ਸੰਗਤ ਨੂੰ, ਸਾਰੀ ਦੁਨੀਆ ਦੇ ਮਿਹਨਤ ਕਸ਼ਾਂ ਨੂੰ ਮੁਬਾਰਕਬਾਦ ਦਿੰਦਾ ਜੀ। ਅੱਜ ਇੱਥੇ ਬਾਬਾ ਸੋਹਣ ਸਿੰਘ ਜੀ ਭਕਨਾ ਦਾ ਜਨਮ ਦਿਨ ਹਰ ਸਾਲ ਦੀ ਤਰ੍ਹਾਂ ਇੱਕ ਕਿਸਾਨ ਮਜ਼ਦੂਰ ਕਾਨਫਰੰਸ ਦੇ ਨਾਂ 'ਤੇ ਕੀਤਾ ਗਿਆ ਔਰ ਇਹ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਇੱਥੇ ਕੀਤਾ ਜਾਂਦਾ। ਔਰ ਅੱਜ ਜਿਹੜੇ ਦੇਸ਼ ਨੂੰ ਵੱਡੇ ਚੈਲੰਜ ਆ ਲੋਕਾਂ ਨੂੰ, ਬੇਰੁਜ਼ਗਾਰੀ ਦਾ ਔਰ ਮਜ਼ਦੂਰਾਂ ਵਿਰੁੱਧ ਜਿਹੜੇ ਅੱਜ ਦੀ ਸਰਕਾਰ ਨੇ, ਭਾਰਤੀ ਸਰਕਾਰ ਨੇ ਕਾਨੂੰਨ ਬਣਾਏ ਆ, ਉਹ ਵੱਡਾ ਵਿਸ਼ਾ ਔਰ ਜੋ ਕਿਸਾਨ ਅੰਦੋਲਨ ਚੱਲਿਆ, ਇਹਨਾਂ ਵਿਸ਼ਿਆਂ 'ਤੇ ਸਾਰੀ ਇੱਥੇ ਵਿਚਾਰ ਚਰਚਾ ਕੀਤੀ ਗਈ ਹੈ। ਔਰ ਕਿਸਾਨ ਸੰਘਰਸ਼ ਨੇ ਇੱਕ ਲੋਕਾਂ ਨੂੰ ਨਵਾਂ ਰਾਹ ਦਿੱਤਾ, ਜਿਹਦੇ ਨਾਲ ਇੱਕ ਮਜ਼ਦੂਰ ਦੇ ਵਿੱਚ ਵੀ, ਆਮ ਭਾਰਤੀ ਨਾਗਰਿਕ ਦੇ ਵਿੱਚ ਇੱਕ ਉਤਸ਼ਾਹ ਜਾਗਿਆ ਵੀ ਕਿਸੇ ਤਾਨਾਸ਼ਾਹ ਨੂੰ ਹਰਾਇਆ ਜਾ ਸਕਦਾ। ਇਹ ਸਭ ਤੋਂ ਵੱਡੀ ਦੇਣ ਇਸ ਅੰਦੋਲਨ ਦੀ ਆ ਵੀ ਫਿਰਕੇਦਾਰੀ ਤੋਂ ਉੱਪਰ ਉੱਠ ਕੇ ਕਿਵੇਂ ਕਿਸੇ ਤਾਨਾਸ਼ਾਹ ਨੂੰ ਹਰਾਇਆ ਜਾ ਸਕਦਾ। ਔਰ ਜਿਸ ਤਰ੍ਹਾਂ ਦੀਆਂ ਕਾਰਪੋਰੇਟ ਦੀਆਂ ਨੀਤੀਆਂ ਇਸ ਵੇਲੇ ਲੋਕਾਂ ਨੂੰ ਮਾਰੂ ਤੌਰ 'ਤੇ ਸਾਬਤ ਹੋ ਰਹੀਆਂ ਨੇ, ਜਿਵੇਂ ਆਪਾਂ ਕਾਲੇ ਕਾਨੂੰਨ ਕਹਿੰਦੇ, ਕਾਲੇ ਨਹੀਂ, ਇਹ ਮਾਰੂ ਕਾਨੂੰਨ ਨੇ। ਕਾਲਾ ਤਾਂ ਸ਼ਾਇਦ ਯੂਰਪ ਦੇ ਵਿੱਚ ਚਮੜੀ ਦਾ ਰੰਗ ਭੇਦ ਤੋਂ ਇਹ ਸ਼ਬਦ ਉੱਭਰਿਆ ਅਤੇ ਇਹ ਅੱਜ ਕੱਲ੍ਹ ਪ੍ਰਚਲਿਤ ਆ। ਇਹਨੂੰ ਵੀ ਬਦਲਣ ਦੀ ਲੋੜ ਆ। ਇਸ ਕਿਸਾਨ ਅੰਦੋਲਨ ਵਿੱਚ ਇਹੋ ਜਿਹੀਆਂ ਗੱਲਾਂ ਵੀ ਵਿਚਾਰੀਆਂ ਗਈਆਂ। ਸੋ ਇਸ ਵੇਲੇ ਦੇਸ਼ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਆ। ਹੁਣ ਅੱਜ ਵੇਖੋ ਸਕੂਲ ਕਾਲਜ ਬੰਦ ਕਰ ਦਿੱਤੇ, ਕਾਹਦੇ ਲਈ? ਰੈਲੀਆਂ ਹੋਣਗੀਆਂ ਬੜੀਆਂ ਵੱਡੀਆਂ, ਸਕੂਲ ਕਾਲਜ ਬੰਦ। ਦਿੱਲੀ ਦੇ ਸਕੂਲ ਜਦੋਂ ਦੀ ਕਰੋਨਾ ਪੀੜ ਸ਼ੁਰੂ ਹੋਇਆ, ਕਾਲਜ ਜਿਹੜੇ ਖਾਸ ਕਰ ਯੂਨੀਵਰਸਿਟੀਆਂ ਬੰਦ ਨੇ। ਕਿਉਂ? ਇਸ ਕਰਕੇ ਨਹੀਂ ਕਰੋਨਾ, ਇਸ ਕਰਕੇ ਆ ਕਿ ਵਿਦਿਆਰਥੀਆਂ ਵਿੱਚ ਜਿਹੜੀ ਰਾਜਨੀਤਿਕ ਜਾਗਰੂਕਤਾ ਆ ਰਹੀ ਆ, ਆਪਣੇ ਹੱਕਾਂ ਪ੍ਰਤੀ ਜਾਗਰੂਕਤਾ ਆ ਰਹੀ ਆ, ਉਹਨੂੰ ਦਬਾਉਣ ਲਈ। ਸੋ ਅੱਜ ਦਾ ਜਿਹੜਾ ਇੱਥੋਂ ਦਾ ਪ੍ਰੋਗਰਾਮ ਸੀ ਉਹ ਵੀ ਇਹਨਾਂ ਨਿਸ਼ਾਨਿਆਂ ਨੂੰ ਲੈ ਕੇ ਸੀ ਵੀ ਲੋਕਾਂ ਨੂੰ ਕਿਵੇਂ ਜਾਗਰੂਕ ਕਰਕੇ ਇੱਕ ਇਨਕਲਾਬੀ ਲਹਿਰ ਨੂੰ ਅੱਗੇ ਕਿਵੇਂ ਵਧਾਇਆ ਜਾ ਸਕੇ ਔਰ ਗਦਰੀ ਬਾਬਿਆਂ ਨੂੰ ਪ੍ਰਣਾਮ ਕਰਦਿਆਂ ਉਹਨਾਂ ਦੇ ਸੁਪਨਿਆਂ ਦਾ ਸੂਰਜ ਕਿਵੇਂ ਬਣਾਇਆ ਉਸਾਰਿਆ ਜਾ ਸਕੇ। ਇਹ ਹੀ ਅੱਜ ਦਾ ਮੁੱਖ ਪ੍ਰੋਗਰਾਮ।